वाहिगुरु साहिब जी। धन वाहिगुरु सतनाम श्री वाहिगुरु साहिब जी। जिह्बा एक उस्तत अनेक, जिह्बा एक उस्तत अनेक। सतपुरख पूरन बबेक। वाहिगुरु जी का खालसा वाहिगुरु जी की फतेह। गुरां दी साजी और गुरां दी निवाजी साध संगत जी, गुरां दा खास स्वरूप संगत जी, बड़े ही असी किरपा वाले हाँ, मेहरा वाले हाँ जो सतगुरु दे नाल जुड़ना कर रहे हाँ। सतगुरु जी दी अमृतमयी गुरबाणी दी विचार दे नाल जुड़न दा सुभाग प्राप्त करके इस मनुखा जन्म नूं सफला कर रहे हाँ। तो असी ये 18वीं अष्टपदी दी 4 पदे साडे कल तक पिछे विचार सतगुरां करवाई है और इसे अष्टपदी दे 4 पदे विचार करन दे बाकी हन। आओ असी 2 पंक्तियां पढ़ियां हन, गाइयां हन, आप जी ने रल मिल के सरवण कीतियां। जिह्बा एक उस्तत अनेक। सतगुरु जी दस रहा कि साडी तां जबान भाई एक है, गुरु साहब दी उस्तत बहुत अनेकां गुणा है। की कह सकीए महाराज दी महिमा। सतपुरख पूरन विवेक। ਉਹ ਤਾਂ ਸਤਪੁਰਖ ਬ੍ਰਹਮ ਰੂਪ ਹੈ ਜੋ ਸਾਰਿਆਂ ਥਾਵਾਂ ਵਿੱਚ ਪੂਰਨ ਹੈ। ਉਹ ਤਾਂ ਵਿਵੇਕ ਜੀਵ ਈਸ਼ ਦੀ ਏਕਤਾ ਕਹਾਉਣ ਵਾਲੇ ਵਿਵੇਕੀ ਹਨ। ਕਾਹੂ ਬੋਲ ਨ ਪਹੁੰਚਤ ਪ੍ਰਾਨੀ। ਸਤਿਗੁਰੂ ਜੀ ਦੱਸਦੇ ਪਰਮੇਸ਼ਰ ਦੇ ਗੁਣਾਂ ਦੇ ਨਾਲ, ਸਤਿਗੁਰਾਂ ਦੇ ਉਪਕਾਰ ਦੇ ਨਾਲ ਕਿਸੇ ਬੋਲ ਬਚਨ ਕਰਕੇ प्राणी बराबर नहीं तुल सकता, भाव पहुँच नहीं सकता है। अगम अगोचर प्रभ निर्बानी। दसदे आ भाई वो जिहड़ा परमेश्वर है इंद्रियां दी गमता तो अगोचर परे है, वो मन दी गमता तो परे परमेश्वर है, इंद्रियां दे विषयां तो अविषय है, प्रभु बंधना तो रहत निर्वाण रूप है। निराहार निर्वैर सुखदाई। फिर उन्होंने जिमें आहार आदक अपनी रोटी खुराक है, इउं आहार नहीं। कई निराहारी साध बन के बैठते आ, इस प्रकार का निराहारी नहीं वो है। वह निराहार इहो जिहा है। साध संगत जी, एक साधु सी साध संगत जी, वो समाधि ला के बैठना करे। एक राजा दर्शनां नूं जाण लग गया। राजे ने दर्शन किया ते साध ने समाधि फेर ला ली। फिर 6 महीने की समाधि लाई, साध बोलिया ही ना। ते जदों समाधि खोलण दा एक दिन रह गया, एक महात्मा मिले। राजा कहण लगा, महाराज मेरे गुरु है जोगी, बड़े तगड़े आ। 6 महीने हो गए महाराज समाधि लगी हुई नूं, फिर तू दर्शन करन किवें जाना। महाराज कहंदे, जी मैं तां जलो ना जाना। कहंदे फिर जदों दर्शन करन जाएगा सानू मिल के जाई। संत महात्मा बैठे रहे। ਉਹਦੇ ਕੋਲੇ ਜਦੋਂ दूसरे दिन समाधि खोलण दा वेला आया, ਉਹ राजे दा वक्त खुजा दिता। मगरों गया तां साध मरिया पिया वेखे। महात्मा कहंदे, राजा तू कहंदा ये खुराक नहीं खांदा, पर यह मान दी अपनी पूजा प्रतिष्ठा दी अपनी इज्जत दी खुराक खांदा सी।
ਕੋਈ ਨਾ ਕੋਈ ਖੁਰਾਕ ਖਾਂਦਾ ਹੈ ਕੋਈ, ਉਹ ਪਰਮੇਸ਼ਰ ਹੈ ਸਿਰਫ ਨਿਰਾਹਾਰੀ। ਕਈ ਆਦਮੀ ਮਾਣਦੇ ਭੁੱਖੇ ਉਹਨੂੰ ਭਾਵੇਂ ਰੋਟੀ ਨਾ ਦਿਓ, ਕੱਪੜਾ ਨਾ ਦਿਓ, ਉਹ ਮਾਣ ਵਿੱਚ ਹੀ ਕੰਮ ਕਰੀ ਜਾਂਦੇ ਆ। ਇਹ ਸਾਧ ਨੇ ਦੇਖਿਆ ਕਿ ਅੱਜ ਤਾਂ ਸਮਾਧੀ ਖੁੱਲੀ, ਰਾਜਾ ਆਇਆ ਹੀ ਨਹੀਂ। ਤੋ ਇਸ ਦਾ ਧਿਆਨ ਤਾਂ ਰਾਜੇ ਵਿੱਚ ਰਹਿੰਦਾ ਸੀ ਕਿ 6 ਮਹੀਨਿਆਂ ਨੂੰ ਸਮਾਧੀ ਖੁੱਲੇਗੀ ਤੇ ਰਾਜਾ ਆਵੇਗਾ, ਮੇਰੀ ਆਓ ਭਗਤ ਹੋਵੇਗੀ। ਸੋ ਇਸ ਨੂੰ ਮਾਣ ਨੇ ਹੀ ਮਾਰ ਲਿਆ। ਕਹਿੰਦੇ ਇਸ ਪ੍ਰਕਾਰ ਉਹ ਪਰਮੇਸ਼ਰ ਹੀ ਅਜਿਹੀਆਂ ਖੁਰਾਕਾਂ ਖਾਣ ਵਾਲਾ ਨਹੀਂ ਅਤੇ ਵੈਰ ਤੋਂ ਰਹਿਤ ਸਾਰਿਆਂ ਦਾ ਆਤਮਾ ਹੈ, ਸੁੱਖਾਂ ਦੇ ਦੇਣ ਵਾਲਾ ਹੈ। ਤਾਂ ਕੀ ਕੀਮਤ ਕਿਨੈ ਨ ਪਾਈ। ਦੱਸਦੇ ਆ ਭਾਈ, ਉਸ ਪਰਮੇਸ਼ਰ ਦੀ ਕੀਮਤ ਮੁੱਲ ਨਹੀਂ ਕਿਸੇ ਨੇ ਪਾਇਆ। ਬੇਅੰਤ ਹੈ ਉਹ ਪਰਮੇਸ਼ਰ। ਅਨਕ ਭਗਤ ਬੰਧਨ ਨਿਤ ਕਰ ਹੈ। ਭਾਈ ਅਨੇਕਾਂ ਭਗਤ ਲੋਕ ਜਿਸ ਮਹਾਰਾਜ ਨੂੰ ਬੰਦਨਾ ਨਮਸਕਾਰਾਂ ਕਰਦੇ ਆ ਨਾ, ਚਰਨ ਕਮਲ ਹਿਰਦੈ ਸਿਮਰਹਿ। ਹਿਰਦੇ ਦੇ ਵਿੱਚ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਵਸਾ ਕਰਕੇ ਸਿਮਰਦੇ ਰਹਿੰਦੇ ਆ, ਯਾਦ ਕਰਦੇ ਰਹਿੰਦੇ ਆ। ਸਦ ਬਲਹਾਰੀ ਸਤਿਗੁਰ ਆਪਣੇ। ਭਾਈ ਸੈਂਕੜੇ ਵਾਰੀ ਸਤਿਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਸਾਹਿਬ ਤੋਂ ਬਲਹਾਰ ਜਾਈਏ, ਆਪਣੇ ਸਤਿਗੁਰਾਂ ਤੋਂ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਸਤਿਗੁਰੂ ਜੀ ਕਹਿੰਦੇ ਮਹਾਰਾਜ ਦੀ ਕਿਰਪਾ ਕਰਕੇ ਇਹੋ ਜਿਹਾ ਪਰਮੇਸ਼ਰ ਜਪਣ 'ਚ ਆਉਂਦਾ, ਜਾਣਿਆ ਜਾਂਦਾ, ਜਪੀਦਾ ਹੈ। ਇਹੋ ਹਰ ਰਸ ਪਾਵੈ ਜਨ ਕੋਇ। ਇਹ ਮਹਾਰਾਜ ਦੇ ਨਾਮ ਦਾ ਰਸ, ਹਰੀ ਦਾ ਆਨੰਦ ਕੋਈ ਕੋਈ ਜਨ ਹੈ ਕਰੋੜਾਂ 'ਚੋਂ ਜਿਹੜਾ ਪ੍ਰਾਪਤ ਕਰਦਾ ਹੈ। ਅੰਮ੍ਰਿਤ ਪੀਵੈ ਅਮਰ ਸੋ ਹੋਇ। ਜੋ ਸਤਿਗੁਰਾਂ ਦੇ ਅੰਮ੍ਰਿਤ ਨਾਮ ਨੂੰ ਪੀਂਦਾ ਹੈ ਉਹ ਮਰਨ ਤੋਂ ਰਹਿਤ ਹੋ ਜਾਂਦਾ, ਅਮਰ ਹੋ ਜਾਂਦਾ। ਸਤਿਗੁਰੂ ਕਹਿੰਦੇ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼। ਹੁਣ ਦੱਸਦੇ ਆ ਭਾਈ, ਉਸ ਐਸੇ ਪੁਰਖ ਦਾ, ਮਹਾਨ ਪੁਰਖ ਦਾ ਕਿਸੇ ਪ੍ਰਕਾਰ 'ਚ ਦਾ ਜੂਨਾਂ ਵਿੱਚ ਪੈ ਪੈ ਕੇ, ਟੇਡੀਆਂ ਜੂਨਾਂ 'ਚ ਪੈ ਪੈ ਕੇ ਕਦੇ ਨਾਸ਼ ਨਹੀਂ ਹੁੰਦਾ। ਕਾਲ ਭਖਣ ਨਹੀਂ ਕਰਦਾ ਉਹਨਾਂ ਦੀ ਰੂਹ ਦਾ। ਜਾ ਕੈ ਮਨ ਪ੍ਰਗਟੇ ਗੁਣ ਤਾਸ। ਜਿਨ੍ਹਾਂ ਦੇ ਮਨ ਵਿੱਚ ਗੁਰਾਂ ਦਾ ਤਤ ਖਜ਼ਾਨਾ ਰੂਪ ਪ੍ਰਭੂ ਪਰਮੇਸ਼ਰ ਆਪ ਪ੍ਰਗਟ ਹੋ ਆਇਆ ਹੈ। ਆਠ ਪਹਿਰ ਹਰ ਕਾ ਨਾਮ ਲੇ। ਭਾਈ ਜੋ ਮਹਾਰਾਜ ਸਤਿਗੁਰੂ ਉਹ ਅਠੇ ਪਹਿਰ ਆਪ ਪਰਮੇਸ਼ਰ ਦਾ ਨਾਮ ਉਚਾਰਦ ਕਰਦੇ ਹਨ। ਸੱਚ ਉਪਦੇਸ਼ ਸੇਵਕ ਕੋ ਦੇ। ਅਤੇ ਸੇਵਕਾਂ ਨੂੰ ਵੀ ਸੱਚੇ ਨਾਮ ਦਾ ਉਪਦੇਸ਼ ਸਤਿਗੁਰੂ ਜੀ ਬਖਸ਼ਦੇ ਹਨ। ਮੋਹ ਮਾਇਆ ਕੈ ਸੰਗ ਨ ਲੇਪ। ਮੇਰੇ ਸਤਿਗੁਰੂ ਜੀ ਮੋਹ ਮਾਇਆ ਦੇ ਸੰਗ 'ਚ ਨਹੀਂ, ਭਾਵ ਨਿਰਲੇਪ ਹਨ। ਮਹਾਰਾਜ ਪਦਾਰਥਾਂ ਦੇ ਮੋਹ ਤੋਂ ਨਿਰਲੇਪ ਹਨ। ਮਨ ਮਹਿ ਰਾਖੈ ਹਰ ਹਰ ਏਕ। ਜੋ ਗੁਰੂ ਸਾਹਿਬ ਦਾ ਸਿੱਖ ਹੈ ਨਾ, ਉਹ ਵੀ ਮਨ ਵਿੱਚ ਹਰ ਹਰ ਇੱਕ ਪਰਮੇਸ਼ਰ ਨੂੰ ਹੀ ਰੱਖਦਾ ਹੈ। ਅੰਧਕਾਰ ਦੀਪਕ ਪਰਗਾਸੇ। ਭਾਈ ਇਹ ਅੰਧਕਾਰ ਜਿਹੜਾ ਅੰਧੇਰਾ ਹੈ ਨਾ ਸੰਸਾਰ ਦੇ ਅੰਦਰ ਅਗਿਆਨ ਦਾ, ਇਹਦੇ 'ਚ ਗੁਰੂ ਸਾਹਿਬ ਗਿਆਨ ਦੇ ਦੀਵੇ ਨੂੰ ਸਮਾਧਾਨ ਪ੍ਰਕਾਸ਼ ਦੇ ਭਾਵ ਜਗਾਉਂਦੇ ਹਨ। ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ। ਉਹਨਾਂ ਹਿਰਦਿਆਂ ਦੇ ਅੰਦਰੋਂ ਭਰਮ ਮੋਹ ਤੇ ਦੁੱਖ ਆਦਿਕ ਸਾਰੇ ਨਾਸ਼ ਹੋ ਜਾਂਦੇ ਹਨ। ਤਪਤ ਮਾਹਿ ਠਾੜ ਵਰਤਾਈ। ਸਤਿਗੁਰੂ ਜੀ ਫਰਮਾਉਂਦੇ ਹਨ, ਤਪਤ ਵਿੱਚ ਠੰਡ ਵਰਤਾ ਦਿੱਤੀ ਹੈ। ਐਸਾ ਉਪਕਾਰੀ ਹੈ ਸਤਿਗੁਰੂ। ਜਿਵੇਂ ਸਤਿਗੁਰੂ ਦਸਮ ਪਾਤਸ਼ਾਹ ਜਦੋਂ ਭੱਠਾ ਸਾਹਿਬ ਗਏ ਰੋਪੜ, ਉੱਥੇ ਇੱਕ ਨਿਹੰਗ ਖਾਂ ਪਠਾਨ ਸੀ। ਉਹਦਾ ਭੱਠਾ ਲੱਗਾ ਸੀ ਰੋੜਾਂ ਦਾ।
ਗੁਰੂ ਸਾਹਿਬ ਵੀ ਕੋਹ ਦੀ ਜੰਗ ਕਰਦੇ ਜਦੋਂ ਉੱਥੇ ਪੁੱਜੇ ਹਨ ਤਾਂ ਉੱਥੇ ਉਹਦੇ ਮਜ਼ਦੂਰਾਂ ਨੇ ਮਖੌਲ ਕੀਤਾ, ਲਓ ਦਸਮ ਪਾਤਸ਼ਾਹ ਆ ਗਏ। ਮਹਾਰਾਜ ਕਹਿੰਦੇ, ਸਾਰੀ ਦਿਹਾੜੀ ਜੰਗ ਕਰਦੇ ਰਹੇ ਹਾਂ, ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ। ਮਜ਼ਦੂਰਾਂ ਨੇ ਮਖੌਲ ਕੀਤਾ ਕਿ 20 ਕੋਹ 'ਚ ਜੰਗ ਕਰਕੇ ਖਲਕਤ ਮਾਰ ਦਿੱਤੀ ਹੈ, ਹੁਣ ਤੁਸੀਂ ਰੋੜਾਂ ਦੇ ਭੱਠੇ ਉੱਤੇ ਬੈਠ ਕੇ ਕਰੋ ਰਹਿਰਾਸ। ਸੁਣ ਕੇ ਮਹਾਰਾਜ ਨੀਲੇ ਨੂੰ ਕਹਿਣ ਲੱਗੇ, ਚੱਲ ਬਈ ਨੀਲਿਆ, ਜਿੱਥੇ ਜ਼ੁਲਮ ਦੀ ਭੱਠੀ ਨੂੰ ਠੰਡੀ ਕੀਤਾ ਹੈ, ਇਹ ਰੋੜਾਂ ਦੀ ਭੱਠੀ ਠੰਡੀ ਕਰਨੀ ਕਿੱਡੀ ਕੁ ਔਖੀ ਹੈ। ਨੀਲੇ ਦੇ ਪੈਰ ਪਾਉਣ ਨਾਲ ਉਹ ਭੱਠਾ ਰੋੜਾਂ ਦਾ ਸਾਰਾ ਠੰਡਾ ਹੋ ਗਿਆ। ਸਤਿਗੁਰੂ ਸਾਹਿਬ ਜੀ ਦੇ ਵਾਸਤੇ ਭਾਈ ਦਇਆ ਸਿੰਘ ਨੇ ਦੁਸ਼ਾਲਾ ਵਿਛਾ ਦਿੱਤਾ। ਉੱਥੇ ਬੈਠ ਕੇ ਕੰਘਾ ਕੀਤਾ। ਕੰਘੇ ਦੇ ਨਾਲ ਰੋਮ ਜਿਹੜੇ ਸਨ ਉਹ ਇਕੱਠੇ ਕਰਕੇ ਅੰਗੂਠੇ ਨਾਲ ਜਦੋਂ ਅੱਗ ਵਿੱਚ ਦਬਾਏ, ਤੇੜ ਆ ਗਈ, ਭੱਠਾ ਠੰਡਾ ਹੋ ਗਿਆ। ਜਦੋਂ ਪਠਾਨ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆ ਗਏ ਆ, ਨਿਹੰਗ ਖਾਂ ਪਠਾਨ ਭੱਜਾ ਆਇਆ, ਸਤਿਗੁਰੂ ਦੇ ਚਰਨ ਪਕੜ ਲਏ, ਕਹਿਣ ਲੱਗਾ, ਬਖਸ਼ ਦਿਓ ਗੁਰੂ ਜੀ, ਮੇਰੇ ਨੌਕਰਾਂ ਤੋਂ ਗਲਤੀ ਹੋ ਗਈ ਹੈ। ਮਹਾਰਾਜ ਕਹਿੰਦੇ, ਆ ਸਾਡੇ 2 ਕਿਰਪਾਨ ਤੇ ਕਟਾਰਾਂ ਲੈ ਲਾ, ਜਿੰਨਾ ਚਿਰ ਇਹਨਾਂ ਦਾ ਸਤਿਕਾਰ ਕਰੇਗਾ ਤੇਰਾ ਦੁਨੀਆ 'ਚ ਦਬਦਬਾ ਬਣਿਆ ਰਹੇਗਾ। ਨਿਹੰਗ ਗੁਰੂ ਜੀ ਵੱਲੋਂ ਦਿੱਤੀਆਂ ਬਖਸ਼ਿਸ਼ਾਂ ਦਾ ਪਲੰਘ ਤੇ ਰੱਖ ਕੇ ਪੂਜਨ ਕਰਦਾ ਰਿਹਾ। ਇਉਂ ਮਹਾਰਾਜ ਸਾਹਿਬ ਨੇ ਤਪਦੇ ਭੱਠੇ ਵਿੱਚ ਤਪਤ ਮਹਿ ਠਾੜ ਵਰਤਾਈ, ਠੰਡਾ ਵਰਤਾ ਦਿੱਤੀ। ਉੱਥੇ ਠੰਡ ਹੀ ਠੰਡ ਵਰਤਾ ਦਿੱਤੀ। ਏਡੇ ਪਰਉਪਕਾਰੀ ਹਨ ਸਤਿਗੁਰੂ ਜੀ, ਇੰਨੇ ਉਪਕਾਰੀ। ਇਵੇਂ ਕਲਯੁਗ ਸਾਰਾ ਤਪ ਰਿਹਾ ਸੀ। ਗੁਰੂ ਨਾਨਕ ਸਾਹਿਬ ਨੇ ਨਾਮ ਦੀ ਵਰਖਾ ਕਰਕੇ ਠੰਡ ਵਰਤਾ ਦਿੱਤੀ ਹੈ। ਜਿਹੜੇ ਈਰਖਾ ਨਾਲ ਹਿਰਦੇ ਤਪ ਰਹੇ ਆ ਨਾ, ਉਹਨਾਂ ਵਿੱਚ ਵੀ ਨਾਮ ਦੀ ਦਾਤ ਪਾ ਕੇ ਠੰਡ ਵਰਤਾ ਦਿੱਤੀ ਹੈ। ਆਨੰਦ ਭਇਆ ਦੁਖ ਨਾਠੇ ਭਾਈ। ਸਤਿਗੁਰੂ ਜੀ ਮਹਾਰਾਜ ਦੱਸ ਰਹੇ ਆ, ਆਨੰਦ ਪ੍ਰਾਪਤ ਹੋ ਗਿਆ ਹੈ। ਹੇ ਭਰਾਵੋ, ਜੰਮਣ ਮਰਨ ਦੇ ਦੁੱਖ ਸਾਰੇ ਨਿਵਰਤ ਹੋ ਗਏ ਆ, ਭਾਵ ਨੱਠ ਗਏ ਆ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਵਾਲੀ ਘਟਨਾ ਵਾਪਰੀ ਹੈ। ਜਨਮ ਮਰਨ ਕੇ ਮਿਟੇ ਅੰਦੇਸੇ। ਉਹਨਾਂ ਦੇ ਜੰਮਣ ਮਰਨ ਦੇ ਜਿੰਨੇ ਸੰਸੇ ਸੀ ਨਾ, ਸਾਰੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਿਟ ਗਏ ਆ। ਸਾਧੂ ਕੇ ਪੂਰਨ ਉਪਦੇਸੇ। ਇਹ ਸਾਧੂ ਸੰਤਾਂ ਦੇ ਪੂਰਨ ਉਪਦੇਸ਼ ਦਾ ਫਲ ਲੱਗਾ ਹੈ। ਭਉ ਚੂਕਾ ਨਿਰਭਉ ਹੋਏ ਬਸੇ। ਜਨਮ ਮਰਨ ਦਾ ਭਉ ਚੁੱਕਿਆ ਗਿਆ, ਨਿਰਭਉ ਸਰੂਪ ਵਿੱਚ ਹੋ ਕੇ ਵਸੇ ਹਾਂ, ਇਸ ਸਥਿਤ ਹੋਏ ਹਾਂ। ਸਗਲ ਬਿਆਦ ਮਨ ਤੇ ਖੈ ਨਸੇ। ਜਿਹੜੀਆਂ ਸਾਰੀਆਂ ਬਿਆਦਾਂ ਮਨ ਨੂੰ ਖੈ ਭਾਵ ਨਾਸ਼ ਕਰਨ ਵਾਲੀਆਂ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਾਰੇ ਰੋਗ, ਸਾਰੀਆਂ ਬਿਆਦੀਆਂ ਆਦੀਆਂ ਉਪਾਧੀਆਂ ਮਨ ਨੂੰ ਖੈ ਕਰਨ ਵਾਲੀਆਂ, ਸਤਿਗੁਰੂ ਜੀ ਨਾਸ਼ ਕਰਨ ਵਾਲੀਆਂ ਜਿਹੜੀਆਂ ਸੀ, ਸਭ ਸਤਿਗੁਰੂ ਜੀ ਨੇ ਨਾਸ਼ ਕਰ ਦਿੱਤੀਆਂ ਹਨ, ਭਾਵ ਨਸ ਗਏ ਹਨ। ਜਿਸ ਕਾ ਸਾ ਤਿਨ ਕਿਰਪਾ ਧਾਰੀ। ਭਾਈ ਜਿਸ ਵਾਹਿਗੁਰੂ ਦੇ ਬਣੇ ਸੀ, ਉਸ ਵਾਹਿਗੁਰੂ ਨੇ ਆਪਣੇ ਜਾਣ ਕੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਸਾਧ ਸੰਗ ਜਪ ਨਾਮ ਮੁਰਾਰੀ। ਹੁਣ ਸਾਧ ਸੰਗਤ 'ਚ ਮਿਲ ਕਰਕੇ ਮੁਰਾਰੀ, ਮੁਰ ਨਾਮ ਦੈਂਤ ਦਾ ਹੈ, ਆਰੀ ਨਾਮ ਕੱਟਣ ਦਾ ਹੈ। ਜੋ ਮੁਰ ਨਾਮੇ ਦੈਂਤ ਨੂੰ ਕੱਟਣ ਵਾਲਾ, ਉਸ ਦਾ ਵੱਧ ਕਰਨ ਵਾਲਾ ਐਸਾ ਪਰਮੇਸ਼ਰ, ਉਹਦਾ ਕਿਰਤਮ ਨਾਮ ਕਥੇ ਤੇਰੇ ਜੇਬਾ। ਉਹਦੀ ਜਿਵੇਂ ਕਿਸੇ ਦੀ ਕਿਰਤ ਵੇਖੀ, ਭਗਤਾਂ ਨੇ ਉਸ ਦੇ ਉਦਵੇਂ ਦੇ ਨਾਮ ਰੱਖ ਦਿੱਤੇ। ਸਤਿਗੁਰੂ ਕਹਿੰਦੇ, ਐਸਾ ਜੋ ਮੁਰਾਰੀ ਪਰਮੇਸ਼ਰ ਹੈ, ਉਹਦਾ ਨਾਮ ਹੀ ਜਪਦੇ ਆ। ਥਿਤ ਪਾਈ ਚੂਕੇ ਭ੍ਰਮ ਗਵਨ। ਇਹ ਥਿਤ ਅਸਥਿਤੀ ਪਾ ਲਈ ਹੈ ਸਰੂਪ ਵਿੱਚ, ਜਿਹੜਾ ਭਰਮ ਕਰਕੇ ਗਵਨ ਸੀ, 84 ਦਾ ਗੇੜ ਵਿਚਰਨਾ, ਇਹ ਸਭ ਚੁੱਕਿਆ ਗਿਆ ਹੈ। ਸੁਨ ਨਾਨਕ ਹਰ ਹਰ ਜਸ ਸਰਵਨ। ਹੁਣ ਮਹਾਰਾਜ ਸਾਹਿਬ ਕਹਿੰਦੇ,
ਜੀਵਨ ਮੁਕਤ ਦਾ ਆਨੰਦ ਪਾ ਕੇ ਸੇਵਕ ਹਰ ਹਰ ਪਰਮੇਸ਼ਰ ਦੇ ਜਸ ਨੂੰ ਕੰਨਾਂ ਨਾਲ ਹਰ ਵਕਤ ਸੁਣਦੇ ਆ। ਜੇਤਾ ਸੁਣਨਾ ਤੇਤਾ ਨਾਮ, ਐਸੀ ਅਵਸਥਾ ਉਹਨਾਂ ਦੀ ਹੋ ਗਈ ਹੈ। ਨਿਰਗੁਣ ਆਪ ਸਰਗੁਣ ਭੀ ਉਹੀ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਦੱਸ ਰਹੇ ਆ, ਭਾਈ ਇਹ ਨਿਰਗੁਣ ਬ੍ਰਹਮ ਜੋ ਹੈ, ਰੂਪ ਰੰਗ ਤੋਂ ਰਹਿਤ ਉਹ ਵੀ ਆਪ ਹੈ। ਮਾਇਆ ਸਬਲ ਨਿਰਗੁਣ ਤੇ ਸਰਗੁਣ ਥੀਆ, ਸਰਗੁਣ ਸਰੂਪ ਭੀ ਪ੍ਰਭੂ ਆਪ ਹੀ ਹੈ। ਕਲਾ ਧਾਰ ਜਿਨ ਸਗਲੀ ਮੋਹੀ। ਕਹਿੰਦੇ ਨਿਰਾਕਾਰ ਆਪ ਹੈ, ਤਿੰਨਾਂ ਗੁਣਾਂ ਤੋਂ ਅਤੀਤ ਹੋਣੇ ਕਰਕੇ ਤੇ ਆਪ ਦੀ ਸ਼ਕਤੀ ਨੂੰ ਆਪ ਦੇ ਆਸਰੇ ਧਾਰਨ ਕਰਕੇ ਸਰਗੁਣ ਸਰੂਪ ਵੀ ਉਹ ਕਹਾਉਂਦਾ ਹੈ। ਉਹ ਕਲਾ ਕਿਹੜੀ? ਜਿਨ ਸਗਲੀ ਮੋਹੀ, ਸਾਰੀ ਦੁਨੀਆ ਨੂੰ ਮੋਹਿਤ ਕਰ ਛੱਡਿਆ, ਅਧੀਨ ਕਰ ਛੱਡਿਆ, ਐਸੀ ਉਹਦੀ ਕਲਾ ਹੈ ਸਮਰੱਥ ਪਰਮੇਸ਼ਰ ਦੀ। ਆਪਣੇ ਚਰਿਤ ਪ੍ਰਭ ਆਪ ਬਣਾਏ। ਦੱਸਦੇ ਆ ਭਾਈ ਆਪ ਦੇ ਚਲਿੱਤਰ ਕੌਤਕਾਂ ਨੂੰ ਵਾਹਿਗੁਰੂ ਨੇ ਆਪ ਹੀ ਸਾਰਿਆਂ ਨੂੰ ਬਣਾਉਣਾ ਕੀਤਾ ਹੈ। ਆਪਣੀ ਕੀਮਤ ਆਪੇ ਪਾਏ। ਆਪਣੀ ਕੀਮਤ ਨੂੰ ਮੁੱਲ ਨੂੰ ਆਪ ਹੀ ਪਾਉਂਦਾ ਹੈ। ਹੋਰ ਕੌਣ ਉਹਦੀ ਗਤ ਨੂੰ ਜਾਣ ਸਕਦਾ ਹੈ? ਤੁਮਰੀ ਗਤ ਮਿਤ ਤੁਮ ਹੀ ਜਾਨੀ, ਭਾਵ ਉਹ ਜਾਣ ਸਕਦਾ, ਹੋਰ ਕੋਈ ਨਹੀਂ ਜਾਣ ਸਕਦਾ। ਹਰ ਬਿਨ ਦੂਜਾ ਨਾਹੀ ਕੋਇ। ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਭਾਈ ਐਸਾ ਦੂਸਰਾ ਹੋਰ ਕੋਈ ਨਹੀਂ ਗੁਣਾ ਵਾਲਾ। ਸਰਬ ਨਿਰੰਤਰ ਏਕੋ ਸੋਇ। ਜਿੰਨੇ ਸਗਲ ਪ੍ਰਤੀਤ ਹੁੰਦੇ ਮਾਇਆ ਕਰਕੇ, ਉਹਨਾਂ ਤੋਂ ਰਹਿਤ, ਅੰਤਰੇ ਤੋਂ ਰਹਿਤ, ਭੇਦ ਤੋਂ ਰਹਿਤ ਇੱਕ ਰਸ, ਸੋ ਇੱਕ ਉਹ ਆਪ ਹੀ ਵਾਹਿਗੁਰੂ ਪਰਮੇਸ਼ਰ ਬ੍ਰਹਮ ਹੈ। ਓਤ ਪੋਤ ਰਵਿਆ ਰੂਪ ਰੰਗ। ਭਾਈ ਉਹ ਭਗਤ ਵਾਹਿਗੁਰੂ 'ਚ ਪਰੋਤੇ ਹੋਏ ਆ। ਕੇਵਲ ਵਾਹਿਗੁਰੂ ਉਹਨਾਂ ਵਿੱਚ ਪਰੋਤਾ ਹੋਇਆ ਹੈ, ਭਗਤਾਂ ਵਿੱਚ। ਇਉਂ ਤਾਣੇ ਪੇਟੇ ਵੱਤ ਸਾਰਿਆਂ ਰੂਪਾਂ 'ਚ, ਸਾਰਿਆਂ ਰੰਗਾਂ ਆਕਾਰਾਂ 'ਚ ਆਪ ਹੀ ਸੱਚਾ ਪਾਤਸ਼ਾਹ ਰਮਿਆ ਹੋਇਆ ਹੈ। ਭਏ ਪਰਗਾਸ ਸਾਧ ਕੈ ਸੰਗ। ਇਹ ਭਾਈ ਜਿਨ੍ਹਾਂ ਨੇ ਸਤ ਸੰਗਤ ਕੀਤੀ, ਉਹਨਾਂ ਨੂੰ ਪ੍ਰਕਾਸ਼ ਹੋਇਆ। ਵਾਹਿਗੁਰੂ ਸਾਰਿਆਂ ਥਾਵਾਂ 'ਚ ਪ੍ਰਾਪਤ ਹੋਇਆ ਉਹਨਾਂ ਨੂੰ। ਐਸੀ ਜਗ੍ਹਾ ਕੋਈ ਨਹੀਂ ਜਿੱਥੇ ਨਾ ਦਰਸ਼ਨ ਹੋਣ। ਰਚ ਰਚਨਾ ਆਪਣੀ ਕਲ ਧਾਰੀ। ਉਸ ਪਿਆਰੇ ਨੇ ਰਚਨਾ ਜਿਹੜੀ ਸੂਖਮ ਤੱਤਾਂ ਦੁਆਰਾ, ਸੂਖਮ ਰਚਨਾ ਰਚੀ ਹੈ ਨਾ, ਸਥੂਲ ਤੱਤਾਂ ਦੁਆਰਾ ਸਥੂਲ ਰਚਨਾ ਰਚੀ ਹੈ ਨਾ, ਆਪ ਦੀ ਕਲ। ਕਲ ਨਾਮ ਸ਼ਕਤੀ ਵਿੱਚ ਚੇਤਨ ਸੱਤਾ ਧਾਰੀ ਹੈ। ਉਹਦੇ ਆਸਰੇ ਸਾਰਾ ਪਸਾਰਾ ਚੱਲ ਰਿਹਾ ਹੈ, ਪ੍ਰਬੰਧ ਚੱਲ ਰਿਹਾ ਹੈ। ਅਨਕ ਬਾਰ ਨਾਨਕ ਬਲਹਾਰੀ। ਸਤਿਗੁਰੂ ਸਾਹਿਬ ਜੀ ਕਹਿੰਦੇ ਇਸ 18ਵੀਂ ਅਸ਼ਟਪਦੀ ਦੀ ਸੰਪੂਰਨਤਾ ਦੀ ਪੰਕਤੀ ਤੇ ਫਰਮਾਉਂਦੇ ਹਨ ਕਿ ਭਾਈ ਅਨੇਕਾਂ ਵਾਰੀ ਉਸ ਵਾਹਿਗੁਰੂ ਤੋਂ ਭਾਈ ਬਲਹਾਰ ਕੁਰਬਾਨ ਜਾਈਏ। ਵਾਰਨੇ ਬਲਹਾਰਨੇ ਜਾਣਾ ਚਾਹੀਦਾ ਐਸੇ ਸਮਰੱਥ ਵਾਹਿਗੁਰੂ ਪਰਮੇਸ਼ਰ ਜੀ ਤੋਂ। ਸੋ ਸਾਧ ਸੰਗਤ ਜੀ, ਇਹ ਸੀ 18ਵੀਂ ਅਸ਼ਟਪਦੀ ਦੀ ਸੰਪੂਰਨਤਾ ਵਿਚਾਰ। ਜੋ 4 ਪਦੇ ਬਾਕੀ ਬਚੇ ਸਨ, ਉਹਨਾਂ ਦੀ ਵਿਚਾਰ ਹੁਣ ਸਾਡੀ ਸੰਪੂਰਨ ਹੋਈ ਹੈ। ਤੋ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀ, ਮੁਆਫ ਕਰਨੀਆਂ ਸਾਧ ਸੰਗਤ ਜੀ ਦੇ ਕੋਲ ਪਾਵਰ ਹੈ ਬਖਸ਼ ਲੈਣਾ। ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਕੋਲ ਸਮਰੱਥ ਪਾਵਰ ਹੈ ਸਾਨੂੰ ਬਖਸ਼ ਲੈਣ। ਆਓ ਇਸ 18ਵੀਂ ਅਸ਼ਟਪਦੀ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਅਸੀਂ ਪੜ੍ਹ ਕੇ, ਗਾ ਕੇ, ਸਰਵਣ ਕਰਕੇ ਸੁਭਾਗ ਪ੍ਰਾਪਤ ਕਰੀਏ ਜੀ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।